विद्यार्थियों, आप सब दा अज दी इस चर्चा विच स्वागत है। इस चर्चा विच अज असी एक महत्वपूर्ण क्रिया बारे विचार करांगे जो इस धरती ते सानू जीवित रखण विच मदद करदी है। मनुख दी साह प्रणाली। हर सजीव विच हाइड्रोजन, ऑक्सीजन, कार्बन, नाइट्रोजन ਅਤੇ सल्फर 5 मूल तत्त ਹਨ। ऑक्सीजन एक रंग रहित, स्वाद रहित ਅਤੇ खुशबू रहित तत्त है। कोई होर तत्त इन्ना महत्वपूर्ण नहीं है। इसे ਲਈ ऑक्सीजन साडे जीवन ਦਾ मूल आधार है, जो कि जीवित रहण ਲਈ ਚਾਹੀਦਾ ਹੀ ਚਾਹੀਦਾ है। ਭਾਵੇਂ ਮਨੁੱਖ ਭੋਜਨ ਬਗੈਰ ਹਫ਼ਤਿਆਂ ਤੱਕ ਭੁੱਖਾ ਰਹਿ ਸਕਦਾ ਹੈ, ਪਰ ਆਕਸੀਜਨ ਬਗੈਰ ਉਹ 1 ਮਿੰਟ ਵੀ ਨਹੀਂ ਰਹਿ ਸਕਦਾ। ਇੰਜ ਅਸੀਂ ਵੇਖਿਆ ਹੈ ਕਿ ਸਾਹ ਕਿਰਿਆ ਉਹ ਵਿਧੀ ਹੈ ਜਿਸ ਨਾਲ ਮਨੁੱਖ ਅਤੇ ਹੋਰ ਜੀਵ ਆਕਸੀਜਨ ਹਾਸਲ ਕਰਕੇ ਵਰਤਦੇ ਹਨ। ਕੁਝ ਕੁ ਸੂਖਮ ਜੀਵਾਂ ਨੂੰ ਛੱਡ ਕੇ ਹੋਰ ਸਾਰੇ ਸਜੀਵਾਂ ਨੂੰ ਜੀਵਤ ਰਹਿਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਸਾਹ ਕਿਰਿਆ ਰਾਹੀਂ ਕਾਰਬਨ ਡਾਈਆਕਸਾਈਡ ਵੀ ਸਰੀਰ ਵਿੱਚੋਂ ਬਾਹਰ ਹਟਾਈ ਜਾਂਦੀ ਹੈ। ਮਨੁੱਖਾਂ ਵਿਚਲੀ ਸਾਹ ਪ੍ਰਣਾਲੀ ਅੰਗਾਂ ਅਤੇ ਟਿਸ਼ੂਆਂ ਦੀ ਇੱਕ ਜਟਿਲ ਪ੍ਰਣਾਲੀ ਹੈ, ਜਿਸ ਰਾਹੀਂ ਵਾਯੂਮੰਡਲ ਤੋਂ ਆਕਸੀਜਨ ਲੈ ਕੇ ਫੇਫੜਿਆਂ ਤੱਕ ਪਹੁੰਚਾਈ ਜਾਂਦੀ ਹੈ। ਸਾਹ ਪ੍ਰਣਾਲੀ ਵਿੱਚ ਸਾਹ ਲੈਣ ਵਾਲੇ ਅੰਗ ਹੁੰਦੇ ਹਨ ਜੋ ਮਿਲ ਕੇ ਇਕਸਾਰ ਕੰਮ ਕਰਦੇ ਹਨ। ਅੱਜ ਦੀ ਇਸ ਚਰਚਾ ਵਿੱਚ ਅਸੀਂ ਇਹਨਾਂ ਅੰਗਾਂ ਅਤੇ ਉਹਨਾਂ ਦੇ ਕਾਰਜ ਬਾਰੇ ਗੱਲ ਕਰਾਂਗੇ। ਪਰ ਇਸ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਆਓ ਅੱਜ ਦੇ ਵਿਸ਼ੇ ਦੇ ਸਿੱਖਿਆ ਉਦੇਸ਼ਾਂ ਬਾਰੇ ਗੱਲ ਕਰ ਲਈਏ। ਇਸ ਚਰਚਾ ਦੇ ਪੂਰੇ ਹੋਣ ਤੇ ਵਿਦਿਆਰਥੀ ਇਹ ਸਭ ਜਾਣਨ ਯੋਗ ਹੋਣਗੇ। ਸਜੀਵਾਂ ਲਈ ਆਕਸੀਜਨ ਦਾ ਮਹੱਤਵ। ਮਨੁੱਖਾਂ ਵਿੱਚ ਸਾਹ ਪ੍ਰਣਾਲੀ। ਮਨੁੱਖੀ ਸਾਹ ਪ੍ਰਣਾਲੀ ਵਿੱਚ ਭਾਗ ਲੈਣ ਵਾਲੇ ਅੰਗ। ਸਾਹ ਪ੍ਰਣਾਲੀ ਵਿੱਚ ਭਾਗ ਲੈਣ ਵਾਲੇ ਅੰਗਾਂ ਦੇ ਕਾਰਜ। ਮਨੁੱਖਾਂ ਵਿੱਚ ਸਾਹ ਲੈਣ ਦੀ ਪ੍ਰਕਿਰਿਆ। ਮਨੁੱਖਾਂ ਵਿੱਚ ਹੋਣ ਵਾਲੀਆਂ ਸਾਹ ਦੀਆਂ ਬਿਮਾਰੀਆਂ। ਸਾਹ ਕਿਰਿਆ ਉਹ ਵਿਧੀ ਹੈ ਜੋ ਜੀਵਤ ਸੈੱਲ ਦੇ ਅੰਦਰ ਹੀ ਹੁੰਦੀ ਹੈ। ਇਸ ਨੂੰ ਅਸੀਂ ਇੰਜ ਵੀ ਆਖ ਸਕਦੇ ਹਾਂ ਕਿ ਇਹ ਇੱਕ ਅਜਿਹੀ ਕਿਰਿਆ ਹੈ ਜਿਸ ਨਾਲ ਆਕਸੀਜਨ ਨੂੰ ਮਨੁੱਖੀ ਪ੍ਰਣਾਲੀ ਵਿੱਚ ਸ਼ਾਮਲ ਕਰਕੇ ਕਾਰਬਨ ਡਾਈਆਕਸਾਈਡ ਨੂੰ ਹਟਾਇਆ ਜਾਂਦਾ ਹੈ। ਮਨੁੱਖਾਂ ਦੀ ਸਾਹ ਪ੍ਰਣਾਲੀ ਵਿੱਚ ਸਾਹ ਰਸਤਾ, ਫੇਫੜੇ ਅਤੇ ਸਾਹ ਮਾਸਪੇਸ਼ੀਆਂ ਸ਼ਾਮਲ ਹੈ। ਇੰਜ ਇਹ ਅੰਗਾਂ ਅਤੇ ਟਿਸ਼ੂਆਂ ਦੀ ਇੱਕ ਜਟਿਲ ਰਚਨਾ ਹੈ ਜਿਸ ਰਾਹੀਂ ਵਾਯੂਮੰਡਲ ਤੋਂ ਆਕਸੀਜਨ ਲੈ ਕੇ ਫੇਫੜਿਆਂ ਤੱਕ ਪਹੁੰਚਾਈ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਉਹ ਸਭ ਅੰਗ ਆਉਂਦੇ ਹਨ ਜਿਨ੍ਹਾਂ ਰਾਹੀਂ ਅਸੀਂ ਸਾਹ ਲੈਂਦੇ ਹਾਂ। ਇਹ ਸਾਰੇ ਅੰਗ ਹਨ ਨੱਕ, ਗ੍ਰਸਣੀ, ਕੰਠ, ਟ੍ਰੇਕੀਆ, ਬ੍ਰੋਂਕਾਈ ਤੇ ਬ੍ਰੌਂਕੀਓਲਜ਼ ਅਤੇ ਫੇਫੜੇ। ਇਹ ਸਾਰੇ ਅੰਗ ਇਕਸਾਰ ਇੱਕ ਪ੍ਰਣਾਲੀ ਵਜੋਂ ਕੰਮ ਕਰਦੇ ਹਨ ਜਿਸ ਰਾਹੀਂ ਹਵਾ ਫੇਫੜਿਆਂ ਤੱਕ ਥੱਲੇ ਜਾਂਦੀ ਹੈ। ਵਿਦਿਆਰਥੀਓ, ਅੱਜ ਅਸੀਂ ਸਮਝਾਂਗੇ ਕਿ ਸਾਡੀ ਸਾਹ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ। ਸਾਹ ਪ੍ਰਣਾਲੀ ਵਿੱਚ ਹਿੱਸਾ ਲੈਣ ਵਾਲੇ ਅੰਗ ਕਿਹੜੇ ਹਨ ਅਤੇ ਉਹਨਾਂ ਦੇ ਕਾਰਜ ਕਿਹੜੇ ਹਨ। ਆਓ ਪਹਿਲਾਂ ਇਸ ਵੀਡੀਓ ਰਾਹੀਂ ਸਾਹ ਪ੍ਰਣਾਲੀ ਵਿਚਲੇ ਮੁੱਖ ਅੰਗਾਂ ਨੂੰ ਜਾਣ ਲਈਏ। ਮਨੁੱਖ ਦੀ ਸਾਹ ਪ੍ਰਣਾਲੀ। ਸਾਹ ਪ੍ਰਣਾਲੀ ਸਾਹ ਰਸਤਾ ਅਤੇ ਫੇਫੜਿਆਂ ਤੋਂ ਬਣੀ ਹੈ। ਸਾਹ ਰਸਤਾ ਅਜਿਹਾ ਰਸਤਾ ਹੈ ਜਿਸ ਵਿੱਚੋਂ ਹਵਾ ਵਾਯੂਮੰਡਲ ਤੋਂ ਫੇਫੜਿਆਂ ਤੱਕ ਪਹੁੰਚਦੀ ਹੈ। ਇਸ ਸਾਰੇ ਰਸਤੇ ਵਿੱਚ ਨੱਕ ਦੀ ਖੋੜ, ਗ੍ਰਸਣੀ, ਕੰਠ, ਟ੍ਰੇਕੀਆ, ਬ੍ਰੋਂਕਾਈ ਤੇ ਬ੍ਰੌਂਕੀਓਲਜ਼ ਆਉਂਦੇ ਹਨ। ਅਸੀਂ ਇਹਨਾਂ ਅੰਗਾਂ ਨੂੰ ਵਿਸਥਾਰ ਨਾਲ ਸਮਝਾਂਗੇ। ਆਓ ਪਹਿਲਾਂ ਨੱਕ ਦੀ ਖੋੜ ਬਾਰੇ ਸਮਝੀਏ। ਨੱਕ ਦੀ ਖੋੜ। ਜਿਵੇਂ ਕਿ ਤੁਸੀਂ ਇੱਥੇ ਵੇਖ ਸਕਦੇ ਹੋ,
ਕਿ ਨੱਕ ਦੀ ਖੋੜ ਮੂੰਹ ਖੋੜ ਤੋਂ ਉੱਪਰ ਵੱਲ ਹੁੰਦੀ ਹੈ। ਨੱਕ ਦੀ ਖੋੜ ਵਿੱਚ ਹਵਾ ਦਾ ਰਾਹ ਹੁੰਦਾ ਹੈ, ਜਿੱਥੋਂ ਹਵਾ ਸਰੀਰ ਅੰਦਰ ਦਾਖਲ ਹੁੰਦੀ ਹੈ। ਇਹ ਰਾਹ ਛੋਟੇ-ਛੋਟੇ ਵਾਲਾਂ ਵਾਲੀ ਮਿਊਕਸ ਝਿੱਲੀ ਨਾਲ ਕੱਜੀ ਹੁੰਦੀ ਹੈ। ਨੱਕ ਦੀ ਖੋੜ ਆਪਣੇ ਅਨੁਕੂਲ ਹਵਾ ਨੂੰ ਅੰਦਰ ਲੈਣ ਲਈ ਜ਼ਿੰਮੇਵਾਰ ਵੀ ਹੁੰਦੀ ਹੈ, ਪਰ ਇਹ ਹਵਾ ਨੂੰ ਆਪਣੇ ਅਨੁਕੂਲ ਕਿਵੇਂ ਕਰਦੀ ਹੈ? ਇਹ ਨੱਕ ਰਾਹੀਂ ਅੰਦਰ ਲਈ ਗਈ ਹਵਾ ਨੂੰ ਕੋਸੀ ਜਾਂ ਠੰਡਾ ਕਰਦੀ ਹੈ। ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਨੂੰ ਹਟਾਉਂਦੀ ਹੈ ਅਤੇ ਗਰਸਨੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਸ ਦੀ ਨਮੀ ਬਣਾਈ ਰੱਖਦੀ ਹੈ, ਜਿਵੇਂ ਕਿ ਵਿਜ਼ੂਅਲ ਵਿੱਚ ਵਿਖਾਇਆ ਗਿਆ ਹੈ। ਅਗਲਾ ਹਿੱਸਾ ਗਰਸਨੀ ਹੈ। ਗਰਸਨੀ ਇਹ ਨੱਕ ਦੀ ਖੋੜ ਦੇ ਪਿੱਛੇ ਤੇ ਕੰਠ ਦੇ ਉੱਪਰਲੇ ਪਾਸੇ ਸਥਿਤ ਹੁੰਦੀ ਹੈ। ਇਹ ਪਾਚਨ ਪ੍ਰਣਾਲੀ ਦਾ ਵੀ ਹਿੱਸਾ ਹੈ। ਭੋਜਨ ਦੇ ਨਾਲ ਹਵਾ ਵੀ ਇਸੇ ਰਸਤੇ ਤੋਂ ਗੁਜ਼ਰਦੀ ਹੈ। ਇਹ ਅੱਗੋਂ ਘੰਡੀ ਰਾਹੀਂ ਕੰਠ ਵਿੱਚ ਖੁੱਲ੍ਹਦੀ ਹੈ। ਘੰਡੀ ਇੱਕ ਪੱਤੇ ਵਰਗੇ ਆਕਾਰ ਦੇ ਘੰਡੀ ਢੱਕਣ ਨਾਲ ਢਕੀ ਹੁੰਦੀ ਹੈ। ਭੋਜਨ ਨਿਕਲਣ ਵੇਲੇ ਇਹ ਘੰਡੀ ਢੱਕਣ ਟ੍ਰੇਕੀਆ ਨੂੰ ਢੱਕ ਲੈਂਦਾ ਹੈ, ਤਾਂ ਜੋ ਭੋਜਨ ਜਾਂ ਪਾਣੀ ਸਾਹ ਪ੍ਰਣਾਲੀ ਵਿੱਚ ਨਾ ਚਲਾ ਜਾਵੇ। ਅਗਲਾ ਹਿੱਸਾ ਕੰਠ ਹੈ। ਕੰਠ ਕੰਠ ਨੂੰ ਵੌਇਸ ਬਾਕਸ ਵੀ ਕਿਹਾ ਜਾਂਦਾ ਹੈ। ਇਹ ਕਾਰਟਿਲੇਜ ਤੋਂ ਬਣੀ ਬਕਸੇ ਵਰਗੀ ਰਚਨਾ ਹੈ, ਜੋ ਟ੍ਰੇਕੀਆ ਦੇ ਮੂੰਹ ਤੇ ਹੁੰਦੀ ਹੈ, ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ। ਜਦੋਂ ਅਸੀਂ ਕੋਈ ਭੋਜਨ ਪਦਾਰਥ ਨਿਗਲਦੇ ਹਾਂ ਤਾਂ ਇਹ ਉੱਪਰ ਨੀਚੇ ਗਤੀ ਕਰਦੀ ਹੈ, ਤਾਂ ਜੋ ਹਵਾ ਤੇ ਭੋਜਨ ਨੂੰ ਸੁਰੱਖਿਅਤ ਰਸਤਾ ਮਿਲਦਾ ਰਹੇ। ਇਹ ਦੋ ਝਿੱਲੀਆਂ ਦੇ ਜੁੱਟ ਨਾਲ ਬਣਿਆ ਹੁੰਦਾ ਹੈ। ਇਸ ਵਿੱਚ ਦੋ ਸੁਰ ਤੰਤੂ ਜਾਂ ਵੋਕਲ ਕਾਰਡਸ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਮੁੱਖ ਕੰਮ ਆਵਾਜ਼ ਪੈਦਾ ਕਰਨਾ ਹੁੰਦਾ ਹੈ। ਹਵਾ ਰਾਹੀਂ ਸੁਰ ਤੰਤੂਆਂ ਦੇ ਕੰਬਣ ਕਾਰਨ ਹੀ ਆਵਾਜ਼ ਪੈਦਾ ਹੁੰਦੀ ਹੈ। ਇਹ ਕੰਠ ਗਰਦਨ ਵਿੱਚ ਹੁੰਦੀ ਹੈ, ਜੋ ਟ੍ਰੇਕੀਆ ਨੂੰ ਸੁਰੱਖਿਅਤ ਰੱਖਣ ਵਿੱਚ ਵੱਡਾ ਰੋਲ ਅਦਾ ਕਰਦਾ ਹੈ।